हाँ जी दोस्तों, लैके आ चुके हैं ਤੁਹਾਡੇ ਲਈ जमात 10वीं ਲਈ ਜਿਹੜਾ ਤੁਹਾਡਾ ਟਰਮ 2 ਦਾ ਪੇਪਰ ਹੋਣਾ ਹੈ ਸੋਸ਼ਲ ਸਟੱਡੀ ਦਾ, ਯਾਨੀ ਕਿ ਸਮਾਜਿਕ ਵਿਗਿਆਨ ਦਾ ਟਰਮ 2 ਦਾ ਫੁੱਲ ਸੋਲਿਡ ਸੈਂਪਲ ਪੇਪਰ। हाँ जी मित्रों, ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਵੈਰੀ ਇੰਪੋਰਟੈਂਟ ਕੁਐਸਚਨ ਕਰਾਵਾਂਗੇ। ਦੇਖ ਸਕਦੇ ਹੋ ਤੁਸੀਂ ਪਹਿਲਾਂ ਆਪਣੇ ਲਵੇ ਆ ਜਾਂਦਾ ਭਾਗੂੜਾ। ਭਾਗੂੜੇ ਵਿੱਚ ਪ੍ਰਸ਼ਨ ਹੈਗਾ ਆਪਣੇ ਲਵੇ ਸੈਂਪਲ ਪੇਪਰ ਹੈ ਤੁਹਾਡਾ। ਇਸ ਸੈਂਪਲ ਪੇਪਰ ਵਿੱਚੋਂ ਵੀ ਤੁਹਾਡੇ ਪੇਪਰ ਵਿੱਚ ਜਿਹੜੇ ਕੁਐਸਚਨ ਆ ਸਕਦਾ ਕੋਈ ਵੀ, ਜੋ कि ਵੈਰੀ ਇੰਪੋਰਟੈਂਟ ਕੁਐਸਚਨ ਇਹ ਵੀ ਤੁਹਾਡੇ, ਇਸ ਕਰਕੇ ਵੀਡੀਓ ਐਂਡ तक ਧਿਆन ਨਾਲ ਦੇਖਦੇ ਰਹਿਣਾ ਤੇ ਸਾਰੇ ਕੁਐਸਚਨਾਂ ਨੂੰ ਇੱਕ ਵਾਰ ਚੰਗੀ ਤਰ੍ਹਾਂ ਯਾਦ ਜ਼ਰੂਰ ਕਰ ਲੈਣਾ। ਇਹਨਾਂ ਵਿੱਚੋਂ ਵੀ ਕੋਈ ਵੀ ਕੁਐਸਚਨ ਤੁਹਾਡੇ ਪੇਪਰ ਵਿੱਚ ਆ ਸਕਦਾ ਹੈ, ਇਸ ਕਰਕੇ ਤੁਹਾਨੂੰ ਦੱਸ ਦਈਏ। ਪਹਿਲਾ ਪ੍ਰਸ਼ਨ ਹੈਗਾ, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਦਿਓ। ਹਰੇਕ ਪ੍ਰਸ਼ਨ 1 ਅੰਕ ਦਾ ਹੈ। ਪਹਿਲਾ ਪ੍ਰਸ਼ਨ ਹੈ, ਭਾਰਤ ਦਾ ਜਨਸੰਖਿਆ ਦੀ ਨਜ਼ਰ ਤੋਂ ਸੰਸਾਰ ਵਿੱਚ ਕੀ ਸਥਾਨ ਹੈ। ਇਹਦਾ ਉੱਤਰ ਹੈ, ਜਨਸੰਖਿਆ ਦੀ ਨਜ਼ਰ ਤੋਂ ਭਾਰਤ ਦਾ ਸੰਸਾਰ ਵਿੱਚ ਦੂਜਾ ਸਥਾਨ ਹੈ। ਇਹ ਹਿਸਾਬ ਨਾਲ ਪਹਿਲਾ ਸਥਾਨ ਚੀਨ ਨੂੰ ਪ੍ਰਾਪਤ ਹੈ। ਤੋਂ ਕਿ ਦੂਜਾ ਪ੍ਰਸ਼ਨ ਹੈ, ਲਿੰਗ ਅਨੁਪਾਤ ਤੋਂ ਤੁਹਾਡਾ ਕੀ ਭਾਵ ਹੈ। ਇਹਦਾ ਉੱਤਰ ਹੈ, ਲਿੰਗ ਅਨੁਪਾਤ ਦਾ ਭਾਰਤ ਵਿੱਚ ਮਤਲਬ ਹੈ ਕਿ 1000 ਆਦਮੀਆਂ ਪਿੱਛੇ ਔਰਤਾਂ ਦੀ ਕਿੰਨੀ ਸੰਖਿਆ ਹੈ ਤੋਂ ਲਿਆ ਜਾਂਦਾ ਹੈ। ਇਸ ਤੋਂ ਅੱਗੇ ਥਰਡ ਪ੍ਰਸ਼ਨ ਹੈ, ਲਘੂ ਉਦਯੋਗ ਦੀ ਇੱਕ ਸਮੱਸਿਆ ਲਿਖੋ। ਇਹਦਾ ਉੱਤਰ ਹੈ, ਲਘੂ ਉਦਯੋਗਾਂ ਨੂੰ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਹਨ ਕੱਚੇ ਮਾਲ ਅਤੇ ਸ਼ਕਤੀ ਦੀ ਸਮੱਸਿਆ, ਵਿੱਤ ਦੀ ਸਮੱਸਿਆ, ਉਤਪਾਦਨ ਦੇ ਪੁਰਾਣੇ ਤਰੀਕੇ, ਵਿਕਰੀ ਸੰਬੰਧੀ ਕਠਿਨਾਈਆਂ ਅਤੇ ਵੱਡੇ ਉਦਯੋਗਾਂ ਨਾਲ ਪ੍ਰਤੀਯੋਗਤਾ। ਇਸ ਤੋਂ ਅੱਗੇ ਜਿਹੜਾ ਚੌਥਾ ਕੁਐਸਚਨ ਹੈ, ਸਦਾ ਕੌਰ ਕੌਣ ਸੀ। ਇਹਦਾ ਉੱਤਰ ਹੈਗਾ, ਸਦਾ ਕੌਰ ਜੈ ਸਿੰਘ ਕਨਈਆ ਦੇ ਪੁੱਤਰ ਗੁਰਬਖਸ਼ ਸਿੰਘ ਦੀ ਪਤਨੀ ਸੀ। ਆਪਣੇ ਸਹੁਰੇ ਦੇ ਪਤੀ ਦੀ ਮੌਤ ਤੋਂ ਬਾਅਦ ਉਸਨੇ ਆਪਣੀ ਮਿਸਲ ਦਾ ਸੰਚਾਲਨ ਕੀਤਾ ਸੀ। ਇਸ ਤੋਂ ਅਗਲਾ ਜਿਹੜਾ ਪੰਜਵਾਂ ਪ੍ਰਸ਼ਨ ਹੈ, ਹਾਈ ਕੋਰਟ ਦੇ ਜੱਜਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ। ਇਹਦਾ ਉੱਤਰ ਹੈ, ਹਾਈ ਕੋਰਟ ਦੇ ਜੱਜਾਂ ਦਾ ਆਪਣੇ ਅਹੁਦੇ 'ਤੇ 62 ਸਾਲ ਦੀ ਉਮਰ ਤੱਕ ਕਾਰਜਕਾਲ ਕਰ ਸਕਦੇ ਹਨ। ਇਸ ਤੋਂ ਅਗਲਾ ਜਿਹੜਾ ਅੱਗੇ ਆਪਣੇ ਲਗਾਇਆ ਜਾਂਦਾ ਭਾਗ ਐੜਾ। ਭਾਗ ਐੜੇ ਵਿੱਚ ਆ ਜਾਂਦੇ ਨੇ ਪ੍ਰਸ਼ਨ, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 25 ਤੋਂ 30 ਸ਼ਬਦਾਂ ਵਿੱਚ ਦਿਓ। ਹਰੇਕ ਪ੍ਰਸ਼ਨ 2 ਅੰਕਾਂ ਵਾਲੇ ਦੇ ਪ੍ਰਸ਼ਨ ਨੇ ਇਹ। ਪਹਿਲਾ ਪ੍ਰਸ਼ਨ ਹੈਗਾ, ਜੰਗਲਾਂ ਦੇ ਮੁੱਖ ਲਾਭ ਕੀ ਹਨ। ਵੈਰੀ ਇੰਪੋਰਟੈਂਟ ਕੁਐਸਚਨ। ਜੰਗਲਾਂ ਦੇ ਮੁੱਖ ਲਾਭ ਹੇਠ ਲਿਖੇ ਹੋਏ ਹਨ। ਪਹਿਲਾ ਪੁਆਇੰਟ ਹੈ, ਜੰਗਲਾਂ ਤੋਂ ਸਾਨੂੰ ਕੀਮਤੀ ਲੱਕੜੀ ਪ੍ਰਾਪਤ ਹੁੰਦੀ ਹੈ। ਇਸ ਤੋਂ ਅੱਗੇ ਨੈਕਸਟ ਸੈਕਿੰਡ ਪੁਆਇੰਟ ਹੈ, ਇਹਨਾਂ ਤੋਂ ਕਾਗਜ਼ ਬਣਾਉਣ ਲਈ ਕੱਚੀ ਸਮੱਗਰੀ ਪ੍ਰਾਪਤ ਹੁੰਦੀ ਹੈ। ਥਰਡ ਯਾਨੀ ਕਿ ਥਰਡ ਪੁਆਇੰਟ ਇਹਦਾ, ਜੰਗਲ ਵਰਖਾ ਲਿਆਉਣ ਲਈ ਸਹਾਇਤਾ ਕਰਦੇ ਹਨ। ਜੰਗਲ ਵਰਖਾ ਲਿਆਉਣ ਵਿੱਚ ਸਹਾਇਤਾ ਕਰਦੇ ਹਨ। ਇਸ ਤੋਂ ਅੱਗੇ ਫੋਰਥ ਜਿਹੜਾ ਪੁਆਇੰਟ ਇਹਦਾ, ਜੰਗਲਾਂ ਤੋਂ ਸਾਨੂੰ ਉਪਯੋਗੀ ਜੜੀ ਬੂਟੀਆਂ ਮਿਲਦੀਆਂ ਹਨ। ਪੰਜਵਾਂ ਪੁਆਇੰਟ ਇਹਦਾ ਐਂਡਲਾ, ਜੰਗਲ ਵਾਤਾਵਰਨ ਨੂੰ ਸਾਫ਼ ਰੱਖਦੇ ਹਨ। ਇਸ ਤੋਂ ਅੱਗੇ ਹੈਗਾ ਆਪਣਾ ਪ੍ਰਸ਼ਨ ਦੂਜਾ, ਇਸ ਵਿੱਚ ਪੰਜਾਬ ਵਿੱਚ ਖਣਿਜ ਪਦਾਰਥਾਂ ਦੇ ਨਾ ਮਿਲਣ ਦੇ ਕੀ ਕਾਰਨ ਹਨ। ਇਹਦਾ ਉੱਤਰ ਹੈ, ਪੰਜਾਬ ਦੀ ਧਰਤੀ ਨਦੀਆਂ ਦੁਆਰਾ ਨਿਕਾਲੀ ਗਈ ਮਿੱਟੀ ਦੇ ਨਿਖੇਪਣ ਲਈ ਬਣੀ ਹੋਈ ਹੈ। ਇਹ ਮਿੱਟੀ ਜਾਂ ਧਰਤੀ ਫਸਲਾਂ ਦੇ ਉਤਪਾਦਨ ਲਈ ਤਾਂ ਬਹੁਤ ਉਪਯੋਗੀ ਹੈ, ਪਰੰਤੂ ਇਸ ਵਿੱਚ ਖਣਿਜ ਪਦਾਰਥ ਨਹੀਂ ਹੁੰਦੇ। ਖਣਿਜ ਪਦਾਰਥ ਆਮ ਤੌਰ ਤੇ ਅਗਨੀ ਅਤੇ ਪਰਿਵਰਤਿਤ ਚਟਾਨਾਂ ਵਿੱਚ ਮਿਲਦੇ ਹਨ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਖਣਿਜ ਪਦਾਰਥ ਨਹੀਂ ਮਿਲਦੇ। ਇਸ ਤੋਂ ਅੱਗੇ ਜਿਹੜਾ ਥਰਡ ਪ੍ਰਸ਼ਨ ਆਪਣਾ ਲਵੇ, ਭਾਰਤ ਵਿੱਚ ਲਘੂ ਅਤੇ ਕੁਟੀਰ ਉਦਯੋਗਾਂ ਦਾ ਕੀ ਮਹੱਤਵ ਹੈ। ਇਹਦਾ ਉੱਤਰ ਹੈ, ਭਾਰਤ ਵਿੱਚ ਲਘੂ ਅਤੇ ਕੁਟੀਰ ਉਦਯੋਗਾਂ ਦਾ ਮਹੱਤਵ ਹੇਠ ਲਿਖਿਆ ਹੋਇਆ ਹੈ। ਪਹਿਲਾ ਪੁਆਇੰਟ ਹੈਗਾ, ਧਨ ਦੀ ਸਮਾਨ ਵੰਡ। ਠੀਕ ਹੈ, ਇਹਨਾਂ ਉਦਯੋਗਾਂ ਕਾਰਨ ਧਨ ਦੀ ਵੰਡ ਵਧੇਰੇ ਹੁੰਦੀ ਹੈ। ਇਹਨਾਂ ਉਦਯੋਗਾਂ ਤੋਂ ਜੋ ਆਮਦਨ ਹੁੰਦੀ ਹੈ ਉਸ ਦਾ ਲਾਭ ਲੋਕਾਂ ਨੂੰ ਵਧੇਰਾ ਮਿਲਦਾ ਹੈ। ਸੈਕਿੰਡ ਪੁਆਇੰਟ ਹੈ, ਉਤਪਾਦਨ ਵਿੱਚ ਵਾਧਾ। ਉਦਯੋਗੀਕਰਨ ਖੇਤਰ ਵਿੱਚ ਹੋਣ ਵਾਲੇ ਉਤਪਾਦਨ ਦਾ 60% ਭਾਗ ਵੱਡੇ ਉਦਯੋਗਾਂ ਅਤੇ 40% ਛੋਟੇ ਅਤੇ ਕੁਟੀਰ ਉਦਯੋਗਾਂ ਤੋਂ ਪ੍ਰਾਪਤ ਹੁੰਦਾ ਹੈ। ਇਸ ਤੋਂ ਅੱਗੇ ਥਰਡ ਪੁਆਇੰਟ ਹੈ, ਕਲਾਤਮਕ ਵਸਤੂਆਂ। ਕਲਾਤਮਕ ਵਸਤੂਆਂ ਦਾ ਉਤਪਾਦਨ ਇਹਨਾਂ ਉਦਯੋਗਾਂ ਦੁਆਰਾ ਹੀ ਸੰਭਵ ਹੈ। ਇਹ ਉਦਯੋਗਾਂ ਵਿੱਚ ਗਹਿਣੇ, ਹਾਥੀ ਦੰਦ ਨਾਲ ਜੁੜੇ ਕੰਮ ਆਉਂਦੇ ਹਨ। ਇਸ ਤੋਂ ਅੱਗੇ ਆਪਣਾ ਆ ਜਾਂਦਾ ਇਸ ਦਾ ਚੌਥਾ ਪੁਆਇੰਟ, ਵਿਅਕਤੀਗਤ ਰੁਚੀ। ਇਹ ਉਦਯੋਗ ਹਰੇਕ ਗ੍ਰਾਹਕ ਦੀ ਰੁਚੀ ਦੇ ਅਨੁਸਾਰ ਉਤਪਾਦਨ ਕਰ ਸਕਦੇ ਹਨ। ਇਸ ਲਈ ਵਿਅਕਤੀਗਤ ਰੁਚੀ ਨੂੰ ਪੂਰਾ ਕਰਨ ਵਿੱਚ ਇਹਨਾਂ ਉਦਯੋਗਾਂ ਦਾ ਬਹੁਤ ਮਹੱਤਵ ਹੈ। ਤੇ ਹਾਂਜੀ ਮਿੱਤਰ, ਤੁਹਾਨੂੰ ਦੱਸ ਦਈਏ ਆਪਣੇ ਚੈਨਲ 'ਤੇ ਤੁਹਾਨੂੰ ਹੋਰ ਵੀ ਆਪਾਂ ਜਿਹੜਾ ਤੁਹਾਡਾ SST ਦਾ ਐਗਜ਼ਾਮ ਹੋਣਾ, ਇਸ ਲਈ ਆਪਾਂ ਵੈਰੀ ਇੰਪੋਰਟੈਂਟ ਕੁਐਸਚਨ ਵੀ ਆਪਾਂ ਜਲਦੀ ਲੈ ਕੇ ਆਵਾਂਗੇ। ਅਤੇ ਜੇ ਤੁਹਾਨੂੰ ਇਹ ਇੰਗਲਿਸ਼ ਮੀਡੀਅਮ ਵਿੱਚ ਵੀ ਚਾਹੀਦਾ ਤਾਂ ਆਪਾਂ ਨੂੰ ਕਮੈਂਟ ਕਰ ਦੇਣਾ। ਇਸ ਤੋਂ ਅਗਲਾ ਜਿਹੜਾ ਫੋਰਥ ਕੁਐਸਚਨ ਹੈ, ਵੱਧਦੇ ਹਾਂ ਫੋਰਥ ਕੁਐਸਚਨ ਵੱਲ। ਫੋਰਥ ਪ੍ਰਸ਼ਨ ਹੈ, ਮਹਾਰਾਜਾ ਦਲੀਪ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ। ਇਹਦਾ ਉੱਤਰ ਹੈ, ਮਹਾਰਾਜਾ ਦਲੀਪ ਸਿੰਘ ਲਾਹੌਰ ਰਾਜ ਦਾ ਆਖਰੀ ਸਿੱਖ ਸ਼ਾਸਕ ਸੀ। ਪਹਿਲੇ ਐਂਗਲੋ ਸਿੱਖ ਯੁੱਧ ਸਮੇਂ ਉਹ ਨਾਬਾਲਗ ਸੀ, ਇਸ ਲਈ ਕੌਂਸਲ ਆਫ ਰੀਜੈਂਸੀ ਦੀ ਸਥਾਪਨਾ 1846 ਈਸਵੀ ਦੀ ਭੈਰੋਵਾਲ ਦੀ ਸੰਧੀ ਅਨੁਸਾਰ ਲਾਹੌਰ ਰਾਜ ਦੇ
ਪ੍ਰਬੰਧ ਲਈ ਕੀਤੀ ਗਈ। ਉਸ ਨੇ ਮਹਾਰਾਜਾ ਦੇ ਬਾਗਲ ਹੋਣ ਤੱਕ ਕੰਮ ਕਰਨਾ ਸੀ, ਪਰ ਦੂਜੇ ਐਂਗਲੋ ਸਿੱਖ ਯੁੱਧ ਵਿੱਚ ਸਿੱਖ ਹਾਰ ਗਏ। ਨਤੀਜੇ ਵਜੋਂ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਅਤੇ ਉਸ ਦੀ 4-5 ਲੱਖ ਰੁਪਏ ਦੀ ਪੈਨਸ਼ਨ ਨਿਸ਼ਚਿਤ ਕਰ ਦਿੱਤੀ ਗਈ। ਪੰਜਾਬ ਅੰਗਰੇਜ਼ੀ ਸਾਮਰਾਜ ਦਾ ਇੱਕ ਅੰਗ ਬਣ ਗਿਆ ਹੈ। ਇਸ ਤੋਂ ਅਗਲਾ ਜਿਹੜਾ 5ਵਾਂ ਪ੍ਰਸ਼ਨ ਹੈ ਅਗਲਾ, ਭਾਰਤ ਅਤੇ ਚੀਨ ਦੇ ਸੰਬੰਧਾਂ ਵਿੱਚ ਤਣਾਅ ਦੇ ਮੂਲ ਕਾਰਨ ਕਿਹੜੇ ਹਨ? ਇਹਦਾ ਉੱਤਰ ਹੈ ਚੀਨ ਨਾਲ ਸੰਬੰਧਾਂ ਵਿੱਚ ਵਿਗਾੜ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਚੀਨ ਭਾਰਤ ਦੇ ਬਹੁਤ ਵੱਡੇ ਇਲਾਕੇ ਉੱਤੇ ਆਪਣਾ ਅਧਿਕਾਰ ਜਤਾ ਰਿਹਾ ਸੀ। ਇੱਕ ਦੂਜੇ ਕਾਰਨ ਇਹ ਸੀ ਕਿ ਭਾਰਤ ਨੇ ਤਿੱਬਤ ਦੇ ਅਧਿਆਤਮਕ ਗੁਰੂ ਦਲਾਈ ਲਾਮਾ ਨੂੰ ਭਾਰਤ ਵਿੱਚ ਸ਼ਰਨ ਦਿੱਤੀ ਸੀ। ਪਹਿਲਾਂ ਤਾਂ ਦੋਵਾਂ ਦੇਸ਼ਾਂ ਵਿੱਚ ਸਰਹੱਦਾਂ ਉੱਤੇ ਗੋਲਾਬਾਰੀ ਹੁੰਦੀ ਰਹੀ, ਪਰੰਤੂ ਦਸੰਬਰ 1962 ਵਿੱਚ ਚੀਨ ਨੇ ਭਾਰਤ ਉੱਤੇ ਅਚਾਨਕ ਜ਼ੋਰਦਾਰ ਹਮਲਾ ਕਰ ਦਿੱਤਾ। ਭਾਰਤ ਉਸ ਸਮੇਂ ਕਿਸੇ ਵੀ ਯੁੱਧ ਲਈ ਤਿਆਰ ਨਹੀਂ ਸੀ, ਇਸ ਲਈ ਸਾਡੇ ਦੇਸ਼ ਨੂੰ ਇਸ ਯੁੱਧ ਵਿੱਚ ਕਾਫੀ ਨੁਕਸਾਨ ਉਠਾਉਣਾ ਪਿਆ। ਇਸ ਤੋਂ ਅੱਗੇ ਆਪਾਂ ਲਵੇ ਆਉਂਦਾ ਭਾਗ ਈੜੀ। ਭਾਗ ਈੜੀ ਵਿੱਚ ਪ੍ਰਸ਼ਨ ਆਉਣਗੇ ਤੁਹਾਡੇ ਲਵੇ ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕੋਈ 4 ਪ੍ਰਸ਼ਨਾਂ ਦੇ ਉੱਤਰ ਦਿਓ, ਉਹ ਵੀ 80 ਤੋਂ 100 ਸ਼ਬਦਾਂ ਵਿੱਚ। ਹਰੇਕ ਪ੍ਰਸ਼ਨ 4-4 ਅੰਕਾਂ ਵਾਲਾ, ਯਾਨੀ ਕਿ ਵੱਡੇ ਪ੍ਰਸ਼ਨ ਆਪਾਂ ਲਵੇ ਆ ਜਾਂਦੇ ਨੇ। ਵੱਡਾ ਪ੍ਰਸ਼ਨ ਤੁਸੀਂ ਦੇਖ ਸਕਦੇ ਹੋ, ਪਹਿਲਾ ਹੈਗਾ ਕੁਦਰਤੀ ਬਨਸਪਤੀ ਦਾ ਦੇਸ਼ ਨੂੰ ਕੀ ਲਾਭ ਹੈ? ਇਹਦਾ ਉੱਤਰ ਹੈ ਕੁਦਰਤੀ ਬਨਸਪਤੀ ਦੇ ਅਨੇਕਾਂ ਲਾਭ ਹਨ। ਇਸ ਤੋਂ ਅਸੀਂ ਸਿੱਧੇ ਅਤੇ ਅਸਿੱਧੇ ਲਾਭ ਪ੍ਰਾਪਤ ਕਰਦੇ ਹਾਂ। ਇਹਨਾਂ ਦਾ ਵਰਣਨ ਹੇਠਾਂ ਦਿੱਤੇ ਅਨੁਸਾਰ ਹੈ। ਪਹਿਲਾ ਹੈਗਾ ਸਿੱਧੇ ਲਾਭ। ਕੁਦਰਤੀ ਬਨਸਪਤੀ ਤੋਂ ਮਿਲਣ ਵਾਲੇ ਸਿੱਧੇ ਲਾਭ ਇਸ ਤਰ੍ਹਾਂ ਹਨ। ਪਹਿਲਾ ਪੁਆਇੰਟ, ਵਣਾਂ ਤੋਂ ਅਸੀਂ ਲੱਕੜ ਪ੍ਰਾਪਤ ਕਰਦੇ ਹਾਂ, ਜਿਨ੍ਹਾਂ ਦੀ ਵਰਤੋਂ ਫਰਨੀਚਰ, ਬਾਲਣ, ਕਾਗਜ਼, ਲੁਗਦੀ ਤੇ ਵਾਸਤੇ ਕੀਤੀ ਜਾਂਦੀ ਹੈ। ਸੈਕਿੰਡ ਪੁਆਇੰਟ, ਵਣਾਂ ਦੇ ਕੁਝ ਭਾਗਾਂ ਨੂੰ ਠੇਕੇ ਦੇ ਕੇ ਸਰਕਾਰ ਲਗਭਗ 1 ਅਰਬ 8 ਕਰੋੜ ਰੁਪਏ ਸਾਲਾਨਾ ਰਾਸ਼ਟਰੀ ਆਮਦਨ ਪ੍ਰਾਪਤ ਕਰਦੀ ਹੈ। ਇਸ ਤੋਂ ਅੱਗੇ ਜਿਹੜਾ ਥਰਡ ਪੁਆਇੰਟ ਹੈ, ਸਵਾਈ ਭਾਵਰ ਅਤੇ ਐਲੀਫੈਂਟਾ ਘਾਹ ਤੋਂ ਕਾਗਜ਼ ਦੀ ਲੁਗਦੀ, ਲੈਮਨ ਘਾਹ ਤੋਂ ਅਰਕ, ਰੋਸ਼ਾ ਘਾਹ ਤੋਂ ਬਨਾਵਟੀ ਸੁਗੰਧੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਤੋਂ ਅੱਗੇ ਫੋਰਥ ਪੁਆਇੰਟ ਇਹਦਾ, ਮੈਂਗਰੋਵ, ਕੱਚ, ਗੈਂਬੀਅਰ, ਹਰੜ, ਬਹੇੜਾ, ਆਂਵਲਾ ਅਤੇ ਕਿੱਕਰ ਆਦਿ ਦੇ ਪੱਤੇ, ਛਿਲਕੇ ਦੇ ਫਲ ਨੂੰ ਸੁਕਾ ਕੇ ਚਮੜਾ ਰੰਗਣ ਲਈ ਪਦਾਰਥ ਤਿਆਰ ਕੀਤਾ ਜਾਂਦਾ ਹੈ। ਪੰਜਵਾਂ ਪੁਆਇੰਟ ਇਹਦਾ, ਦੇਸ਼ ਦੇ ਵਣ ਖੇਤਰਾਂ ਵਿੱਚ 25 ਮਿਲੀਅਨ ਦੇ ਲਗਭਗ ਕਬੀਲਿਆਂ ਦੇ ਲੋਕ ਵੱਸਦੇ ਹਨ। ਇਸ ਤੋਂ ਜਿਹੜਾ ਸੈਕਿੰਡ ਪੁਆਇੰਟ ਹੈ, ਯਾਨੀ ਕਿ ਅਸਿੱਧੇ ਲਾਭ। ਅਸਿੱਧੇ ਲਾਭ ਹਨ ਕੁਦਰਤੀ ਬਨਸਪਤੀ ਤੋਂ ਮਿਲਣ ਵਾਲੇ ਅਸਿੱਧੇ ਲਾਭ ਇਸ ਤਰ੍ਹਾਂ ਹਨ। ਇਸ ਦਾ ਪਹਿਲਾ ਪੁਆਇੰਟ ਹੈਗਾ, ਸੰਘਣੀ ਬਨਸਪਤੀ ਵਾਲੇ ਖੇਤਰਾਂ ਵਿੱਚ ਪੱਤਿਆਂ ਦੁਆਰਾ ਵਾਸ਼ਪੀਕਰਨ ਹੋਣ ਕਰਕੇ ਨਮੀ ਦੀ ਮਾਤਰਾ ਵੱਧ ਜਾਂਦੀ ਹੈ। ਇਸ ਤੋਂ ਅੱਗੇ ਸੈਕਿੰਡ ਪੁਆਇੰਟ ਹੈ, ਸੰਘਣੇ ਵਣ ਗਰਮੀ ਵਿੱਚ ਤਾਪਮਾਨ ਨੂੰ ਜ਼ਿਆਦਾ ਵਧਣ ਤੋਂ ਰੋਕਦੇ ਹਨ। ਇਹ ਤਾਪਮਾਨ ਸਰਦੀਆਂ ਵਿੱਚ ਵਧਾ ਦਿੰਦੇ ਹਨ। ਇਸ ਤੋਂ ਅੱਗੇ ਥਰਡ ਪੁਆਇੰਟ ਹੈ, ਸੰਘਣੀ ਬਨਸਪਤੀ ਦੀਆਂ ਜੜ੍ਹਾਂ ਵਗਦੇ ਪਾਣੀ ਦੀ ਰਫ਼ਤਾਰ ਨੂੰ ਘੱਟ ਕਰਨ ਵਿੱਚ ਮਦਦ ਕਰਦੀਆਂ ਹਨ। ਇਸ ਕਾਰਨ ਭੂਮੀ ਕਟਾਅ ਨੂੰ ਰੋਕਦੀਆਂ ਹਨ। ਇਸ ਤੋਂ ਅੱਗੇ ਫੋਰਥ ਪੁਆਇੰਟ ਹੈ, ਬਨਸਪਤੀ ਦੀਆਂ ਸੁੱਕ ਕੇ ਗਿਰਨ ਵਾਲੀਆਂ ਪੱਤੀਆਂ ਦੀਵਾਂਸ਼ ਦੇ ਤੌਰ 'ਤੇ ਹਰੀ ਖਾਦ ਦੇ ਰੂਪ ਵਿੱਚ ਮਿਲਦੀਆਂ ਹਨ, ਜਿਸ ਦੇ ਸਿੱਟੇ ਵਜੋਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀਆਂ ਹਨ। ਇਸ ਤੋਂ ਜਿਹੜਾ ਪੰਜਵਾਂ ਪੁਆਇੰਟ ਇਹਦਾ, ਸੰਘਣੇ ਵਣਾਂ ਤੋਂ ਕਾਗਜ਼, ਲਾਖ, ਮਾਚਿਸ, ਖੇਡਾਂ ਦਾ ਸਮਾਨ ਆਦਿ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ। ਛੇਵਾਂ ਪੁਆਇੰਟ ਹੈ, ਬਹੁ ਭਾਂਤ ਦੀ ਹਰੀ ਭਰੀ ਬਨਸਪਤੀ ਬਹੁਤ ਹੀ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਹੈ, ਜਿਸ ਤੋਂ ਉਤਸ਼ਾਹਿਤ ਹੋ ਕੇ ਲੋਕ ਸੰਘਣੇ ਵਣ ਖੇਤਰ ਵਿੱਚ ਯਾਤਰਾ, ਸ਼ਿਕਾਰ ਆਦਿ ਤੇ ਮਾਨਸਿਕ ਸ਼ਾਂਤੀ ਪ੍ਰਾਪਤ ਕਰਨ ਲਈ ਜਾਂਦੇ ਹਨ। ਇਸ ਤੋਂ ਅੱਗੇ ਜਿਹੜਾ ਸੈਕਿੰਡ ਪ੍ਰਸ਼ਨ ਹੈਗਾ ਆਪਾਂ ਲਵੇ, ਤੇ ਹਾਂਜੀ ਮਿੱਤਰੋ, ਸੈਕਿੰਡ ਪ੍ਰਸ਼ਨ ਹੈ, ਦੇਸ਼ ਵਿੱਚ ਉਦਯੋਗੀਕਰਨ ਵਿੱਚ ਊਰਜਾ ਦਾ ਕੀ ਮਹੱਤਵ ਹੈ? ਹਾਂਜੀ ਮਿੱਤਰੋ, ਇਹਦਾ ਉੱਤਰ ਹੈ, ਕਿਸੇ ਵੀ ਦੇਸ਼ ਦੀ ਆਰਥਿਕ ਉੱਨਤੀ ਵਿੱਚ ਸ਼ਕਤੀ ਸਾਧਨਾਂ ਦਾ ਕਾਫੀ ਹੱਥ ਹੁੰਦਾ ਹੈ। ਉਦਾਹਰਣ ਵਜੋਂ ਇੰਗਲੈਂਡ ਵਿੱਚ ਅਤੇ ਯੂਰਪ ਦੇ ਹੋਰ ਦੇਸ਼ਾਂ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਜਿਹੜੀ ਉਦਯੋਗਿਕ ਕ੍ਰਾਂਤੀ ਆਈ ਸੀ, ਉਸ ਦਾ ਕਾਰਨ ਇਹ ਸੀ ਕਿ ਇਹਨਾਂ ਦੇਸ਼ਾਂ ਕੋਲ ਸ਼ਕਤੀ ਦੇ ਸਾਧਨ ਵਜੋਂ ਕੋਲਾ ਬਹੁਤ ਮਾਤਰਾ ਵਿੱਚ ਮੌਜੂਦ ਸੀ। ਆਰਥਿਕ ਉੱਨਤੀ ਦਾ ਆਧਾਰ ਉਦਯੋਗ ਹਨ ਅਤੇ ਉਦਯੋਗਾਂ ਦਾ ਆਧਾਰ ਸ਼ਕਤੀ ਦੇ ਸਾਧਨ ਹਨ। ਇਸ ਤੋਂ ਇਲਾਵਾ ਸ਼ਕਤੀ ਦੇ ਸਾਧਨਾਂ ਦਾ ਆਵਾਜਾਈ ਦੇ ਸਾਧਨਾਂ ਲਈ ਬਹੁਤ ਹੀ ਮਹੱਤਵ ਹੈ ਅਤੇ ਇਹਨਾਂ ਆਵਾਜਾਈ ਦੇ ਸਾਧਨਾਂ ਜਿਵੇਂ ਕਿ ਬੱਸਾਂ, ਟਰੱਕਾਂ, ਰੇਲ ਗੱਡੀਆਂ,
ਹਵਾਈ ਜਹਾਜ਼ਾਂ, ਸਮੁੰਦਰੀ ਜਹਾਜ਼ਾਂ ਆਦਿ ਦਾ ਨਿਰਮਾਣ ਉਦਯੋਗਾਂ ਵਿੱਚ ਹੁੰਦਾ ਹੈ। ਇਸ ਤੋਂ ਇਲਾਵਾ ਖੇਤੀਬਾੜੀ ਖੇਤਰ ਵਿੱਚ ਪ੍ਰਯੋਗ ਹੋਣ ਵਾਲੇ ਯੰਤਰਾਂ ਦਾ ਨਿਰਮਾਣ ਵੀ ਉਦਯੋਗਾਂ ਵਿੱਚ ਹੀ ਹੁੰਦਾ ਹੈ। ਅੱਜ ਦਾ ਯੁੱਗ ਮਸ਼ੀਨੀ ਯੁੱਗ ਹੈ, ਇਸ ਲਈ ਸ਼ਕਤੀ ਦੇ ਸਾਧਨਾਂ ਦਾ ਮਹੱਤਵ ਹੋਰ ਵੀ ਜ਼ਿਆਦਾ ਵੱਧ ਗਿਆ ਹੈ। ਅਸਲ ਗੱਲ ਤਾਂ ਇਹ ਹੈ ਕਿ ਸ਼ਕਤੀ ਦੇ ਸਾਧਨਾਂ ਨੂੰ ਕਿਸੇ ਵੀ ਦੇਸ਼ ਦੇ ਉਦਯੋਗਿਕ ਜਾਂ ਆਰਥਿਕ ਉન્નਤੀ ਦੀ ਰੀੜ੍ਹ ਦੀ ਹੱਡੀ ਆਖਿਆ ਜਾ ਸਕਦਾ ਹੈ। ਤੇ ਹਾਂਜੀ ਮਿੱਤਰੋ, ਇਸ ਤੋਂ ਅੱਗੇ ਜਿਹੜਾ ਤੀਜਾ ਪ੍ਰਸ਼ਨ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਹਰੀ ਕ੍ਰਾਂਤੀ ਤੋਂ ਤੁਸੀਂ ਕੀ ਸਮਝਦੇ ਹੋ? ਹਰੀ ਕ੍ਰਾਂਤੀ ਦੇ ਮੁੱਖ ਪ੍ਰਭਾਵ ਦੱਸੋ। ਹਰੀ ਕ੍ਰਾਂਤੀ ਦਾ ਅਰਥ ਹੈ, ਹਰੀ ਕ੍ਰਾਂਤੀ ਸ਼ਬਦ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ, ਹਰੀ ਪਲੱਸ ਕ੍ਰਾਂਤੀ। ਹਰੀ ਦਾ ਅਰਥ ਹੈ ਹਰਿਆਲੀ ਅਤੇ ਕ੍ਰਾਂਤੀ ਦਾ ਅਰਥ ਹੈ ਇੰਨੀ ਤੇਜ਼ ਨਾਲ ਹੋਣ ਵਾਲੀ ਪਰਿਵਰਤਨ ਕੀ। ਠੀਕ ਹੈ, ਕਿ ਸਾਰੇ ਉਸ ਨੂੰ ਹੈਰਾਨੀ ਨਾਲ ਦੇਖਦੇ ਰਹਿ ਜਾਣ। ਇਸ ਸ਼ਬਦ ਦਾ ਪ੍ਰਯੋਗ ਖੇਤੀ ਦੀ ਉਤਪਾਦਨ ਵਿੱਚ ਹੋਣ ਵਾਲੀ ਉન્નਤੀ ਲਈ ਕੀਤਾ ਗਿਆ ਹੈ। ਭਾਰਤ ਵਿੱਚ ਯੋਜਨਾ ਦੀ ਮਿਆਦ ਦੌਰਾਨ ਅਪਣਾਏ ਗਏ ਖੇਤੀ ਸੁਧਾਰਾਂ ਦੇ ਕਾਰਨ 1966, 1967, 1968 ਵਿੱਚ ਅਨਾਜ ਦੇ ਉਤਪਾਦਨ ਵਿੱਚ 1966 ਤੋਂ 1967 ਦੀ ਤੁਲਨਾ ਵਿੱਚ ਲਗਭਗ 25% ਵਾਧਾ ਹੋਇਆ। ਕਿਸੇ ਇੱਕ ਸਾਲ ਵਿੱਚ ਅਨਾਜ ਉਤਪਾਦਨ ਵਿੱਚ ਇੰਨਾ ਵਧੇਰਾ ਵਾਧਾ ਹੋਣ ਇੱਕ ਕ੍ਰਾਂਤੀ ਦੇ ਸਮਾਨ ਸੀ। ਇਸ ਕਾਰਨ ਸ਼ਾਸਤਰੀਆਂ ਨੇ ਅਨਾਜ ਦੇ ਉਤਪਾਦਨ ਵਿੱਚ ਹੋਣ ਵਾਲੇ ਇਸ ਵਾਧੇ ਨੂੰ ਹਰੀ ਕ੍ਰਾਂਤੀ ਦਾ ਨਾਂ ਦੇ ਦਿੱਤਾ। ਹਰੀ ਕ੍ਰਾਂਤੀ ਦੇ ਪ੍ਰਭਾਵ ਕਿਹੜੇ ਹਨ? ਪਹਿਲਾ ਪੁਆਇੰਟ ਹੈ, ਹਰੀ ਕ੍ਰਾਂਤੀ ਦੇ ਸਿੱਟੇ ਵਜੋਂ ਦੇਸ਼ ਦੀ ਅੰਨ ਸਮੱਸਿਆ ਹੱਲ ਹੋ ਗਈ। ਠੀਕ ਹੈ। ਸੈਕਿੰਡ ਪੁਆਇੰਟ ਹੈ, ਹਰੀ ਕ੍ਰਾਂਤੀ ਦੇ ਕਾਰਨ ਖੇਤੀ ਖੇਤਰ ਵਿੱਚ ਮਸ਼ੀਨਾਂ ਦਾ ਪ੍ਰਯੋਗ ਵੱਧ ਗਿਆ। ਇਸ ਨਾਲ ਪੇਂਡੂ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕੇ ਵੀ ਵੱਧ ਗਏ। ਥਰਡ ਪੁਆਇੰਟ ਹੈ, ਹਰੀ ਕ੍ਰਾਂਤੀ ਨੇ ਖੇਤੀਬਾੜੀ ਉੱਤੇ ਆਧਾਰਿਤ ਉਦਯੋਗਾਂ ਨੂੰ ਵੀ ਕਾਫੀ ਉਤਸ਼ਾਹਿਤ ਕੀਤਾ ਹੈ। ਕਿਉਂਕਿ ਚੌਥਾ ਪੁਆਇੰਟ ਹੈ, ਹਰੀ ਕ੍ਰਾਂਤੀ ਦੇ ਕਾਰਨ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਕਾਫੀ ਸੁਧਾਰ ਹੋਇਆ ਹੈ, ਜਿਸ ਨਾਲ ਉਹਨਾਂ ਦਾ ਜੀਵਨ ਪੱਧਰ ਕਾਫੀ ਉੱਚਾ ਹੋ ਗਿਆ। ਪੰਜਵਾਂ ਪੁਆਇੰਟ, ਹਰੀ ਕ੍ਰਾਂਤੀ ਦੇ ਸਿੱਟੇ ਵਜੋਂ ਖੇਤੀ ਖੇਤਰ ਵਿੱਚ ਸਰਵਜਨਿਕ ਨਿਵੇਸ਼ ਵਿੱਚ ਵਾਧਾ ਹੋਇਆ ਹੈ। ਅਤੇ ਇਸ ਤੋਂ ਅੱਗੇ ਜਿਹੜਾ ਪ੍ਰਸ਼ਨ ਚੌਥਾ, ਜਲ੍ਹਿਆਂਵਾਲਾ ਬਾਗ ਦੀ ਦੁਰਘਟਨਾ ਦਾ ਵਰਣਨ ਕਰੋ। ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ, ਇਹ ਵੀ ਤੁਹਾਡੇ ਪੇਪਰ ਵਿੱਚ ਮੋਸਟ ਇੰਪੋਰਟੈਂਟ ਆ ਸਕਦਾ ਹੈ। ਜਲ੍ਹਿਆਂਵਾਲਾ ਬਾਗ ਵਿੱਚ ਹੱਤਿਆਕਾਂਡ। ਅਸ਼ਾਂਤੀ ਦੇ ਇਸ ਵਾਤਾਵਰਣ ਵਿੱਚ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਪਿੰਡ ਦੇ ਲਗਭਗ 25,000 ਲੋਕ 13 ਅਪ੍ਰੈਲ 1919 ਈਸਵੀ ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿੱਚ ਸਥਿਤ ਜਲ੍ਹਿਆਂਵਾਲਾ ਬਾਗ ਵਿੱਚ ਰੌਲਟ ਐਕਟ ਦੇ ਵਿਰੁੱਧ ਜਲੂਸ ਕੱਢਣ ਲਈ ਇਕੱਠੇ ਹੋਏ। ਜਨਰਲ ਡਾਇਰ ਨੂੰ ਅੰਗਰੇਜ਼ਾਂ ਦੀ ਮੌਤ ਦਾ ਬਦਲਾ ਲੈਣ ਦਾ ਮੌਕਾ ਮਿਲ ਗਿਆ। ਉਹ ਆਪਣੇ 150 ਸੈਨਿਕਾਂ ਸਮੇਤ ਜਲ੍ਹਿਆਂਵਾਲੇ ਬਾਗ ਦੇ ਗੇਟ ਕੋਲ ਪੁੱਜ ਗਏ। ਉਸ ਬਾਗ ਵਿੱਚ ਇੱਕ ਤੰਗ ਦਰਵਾਜ਼ਾ ਸੀ। ਉੱਥੇ ਖੜ੍ਹੇ ਹੋ ਕੇ ਜਨਰਲ ਡਾਇਰ ਨੇ ਲੋਕਾਂ ਨੂੰ 3 ਮਿੰਟਾਂ ਦਾ ਅੰਦਰ ਉੱਥੋਂ ਨੱਠ ਜਾਣ ਲਈ ਕਿਹਾ, ਜੋ ਕਿ ਅਸੰਭਵ ਸੀ। ਜਨਰਲ ਡਾਇਰ ਨੇ 3 ਮਿੰਟ ਮਗਰੋਂ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ। ਲਗਭਗ 1000 ਲੋਕ ਮਾਰੇ ਗਏ ਅਤੇ 3000 ਜ਼ਖਮੀ ਹੋ ਗਏ। ਮਹੱਤਵ, ਜਲ੍ਹਿਆਂਵਾਲੇ ਬਾਗ ਦੀ ਦੁਰਘਟਨਾ ਤੋਂ ਬਾਅਦ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਇੱਕ ਨਵਾਂ ਮੋੜ ਮਿਲਿਆ। ਇਸ ਘਟਨਾ ਦਾ ਬਦਲਾ ਊਧਮ ਸਿੰਘ ਨੇ 21 ਸਾਲਾਂ ਬਾਅਦ ਇੰਗਲੈਂਡ ਵਿੱਚ ਜਾ ਕੇ ਉਸਨੇ ਸਰ ਮਾਈਕਲ ਉਡਵਾਇਰ ਨੂੰ ਗੋਲੀ ਨਾਲ ਮਾਰ ਦਿੱਤਾ। ਠੀਕ ਹੈ। ਇਸ ਤੋਂ ਅੱਗੇ ਅਗਲਾ ਪ੍ਰਸ਼ਨ ਹੈ ਪੰਜਵਾਂ, ਆਜ਼ਾਦ ਹਿੰਦ ਫੌਜ ਉੱਤੇ ਵਿਸਥਾਰਪੂਰਵਕ ਨੋਟ ਲਿਖੋ। ਇਹਦਾ ਉੱਤਰ ਹੈ, ਆਜ਼ਾਦ ਹਿੰਦ ਫੌਜ ਦੀ ਸਥਾਪਨਾ ਸੁਭਾਸ਼ ਚੰਦਰ ਬੋਸ ਨੇ 1943 ਈਸਵੀ ਵਿੱਚ ਟੋਕੀਓ ਵਿਖੇ ਕੀਤੀ ਸੀ। ਇਸ ਫੌਜ ਵਿੱਚ ਉਹ ਸੈਨਿਕ ਸ਼ਾਮਲ ਸਨ ਜਿਹੜੇ ਪਹਿਲਾਂ ਅੰਗਰੇਜ਼ੀ ਫੌਜ ਵਿੱਚ ਸਨ ਅਤੇ ਜਿਨ੍ਹਾਂ ਨੂੰ ਜਾਪਾਨ ਨੇ ਕੈਦੀ ਬਣਾ ਲਿਆ ਸੀ। ਸੁਭਾਸ਼ ਚੰਦਰ ਨੇ ਆਪਣੇ ਸੈਨਿਕਾਂ ਨੂੰ ਦਿੱਲੀ ਚਲੋ ਦਾ ਨਾਅਰਾ ਦਿੱਤਾ। ਉਸਨੇ ਸਿਪਾਹੀਆਂ ਨੂੰ ਕਿਹਾ, ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ। ਪਰੰਤੂ 1943 ਈਸਵੀ ਵਿੱਚ ਜਾਪਾਨ ਹਾਰਨ ਲੱਗ ਪਿਆ, ਜਿਸ ਕਰਕੇ ਆਜ਼ਾਦ ਹਿੰਦ ਫੌਜ ਆਪਣੇ ਮਿਸ਼ਨ ਵਿੱਚ ਸਫਲ ਨਾ ਹੋ ਸਕੀ। 1945 ਈਸਵੀ ਵਿੱਚ ਸੁਭਾਸ਼ ਚੰਦਰ ਦੀ ਇੱਕ ਹਵਾਈ ਦੁਰਘਟਨਾ ਵਿੱਚ ਮੌਤ ਹੋ ਗਈ। ਇਸ ਦੇ ਨਾਲ ਹੀ ਆਜ਼ਾਦ ਹਿੰਦ ਫੌਜ ਦੀ ਤਾਕਤ ਵੀ ਘਟਣ ਲੱਗ ਪਈ। ਇਸ ਤੋਂ ਅਗਲਾ 6ਵਾਂ ਪੁਆਇੰਟ ਹੈਗਾ, ਭਾਰਤੀ ਲੋਕਤੰਤਰ ਦੇ ਸਰੂਪ ਉੱਤੇ ਨੋਟ ਲਿਖੋ। ਠੀਕ ਹੈ। ਇਹਦਾ ਉੱਤਰ ਦੱਸਦੇ ਆਪਾਂ ਤੁਹਾਨੂੰ। ਭਾਰਤ ਵਿੱਚ ਸੰਘਾਤਮਕ ਗਣਰਾਜੀ ਲੋਕਤੰਤਰਿਤ ਸ਼ਾਸਨ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ। ਸੁਤੰਤਰਤਾ, ਸਮਾਨਤਾ, ਭਾਈਚਾਰਾ, ਕਾਨੂੰਨ ਦਾ ਸ਼ਾਸਨ, ਉੱਤਰਦਾਈ ਸਰਕਾਰ,
ਨਿਯਤਕਾਲੀ ਚੋਣਾਂ, ਬਹੁਮਤ ਦਾ ਸ਼ਾਸਨ, ਨਾਗਰਿਕਾਂ ਦੇ ਅਧਿਕਾਰ ਅਤੇ ਸੁਤੰਤਰਤਾ ਤੇ ਨਿਰਪੱਖ ਨਿਆਂਪਾਲਿਕਾ ਅਤੇ ਲੋਕਤੰਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ ਅਤੇ ਇਹ ਸਾਰੀਆਂ ਵਿਸ਼ੇਸ਼ਤਾਵਾਂ ਭਾਰਤੀ ਲੋਕਤੰਤਰ ਵਿੱਚ ਮੌਜੂਦ ਹਨ। ਜਿੱਥੋਂ ਤੱਕ ਭਾਰਤ ਦੇ ਲੋਕਤੰਤਰ ਦੇ ਸਰੂਪ ਦਾ ਪ੍ਰਸ਼ਨ ਹੈ ਤਾਂ ਭਾਰਤ ਵਿੱਚ ਅਪਰਤੱਖ ਲੋਕਤੰਤਰ ਹੈ। ਅਪਰਤੱਖ ਲੋਕਤੰਤਰ ਉਹ ਹੁੰਦਾ ਹੈ ਜਿਸ ਵਿੱਚ ਲੋਕ ਪ੍ਰਤੱਖ ਰੂਪ ਵਿੱਚ ਪ੍ਰਸ਼ਾਸਨ ਵਿੱਚ ਹਿੱਸਾ ਨਹੀਂ ਲੈਂਦੇ, ਸਗੋਂ ਆਪਣੇ ਪ੍ਰਤੀਨਿਧੀ ਚੁਣ ਕੇ ਸਰਕਾਰ ਵਿੱਚ ਭੇਜਦੇ ਹਨ ਜੋ ਉਹਨਾਂ ਦੀ ਤਾਰੀਫ ਸ਼ਾਸਨ ਚਲਾਉਂਦੇ ਹਨ ਅਤੇ ਇਹ ਤਰਫੋਂ ਸ਼ਾਸਨ ਚਲਾਉਂਦੇ ਹਨ ਅਤੇ ਇਹ ਪ੍ਰਤੀਨਿਧੀ ਉਹਨਾਂ ਪ੍ਰਤੀ ਹੀ ਜਵਾਬਦੇਹ ਹੁੰਦੇ ਹਨ। ਠੀਕ ਹੈ। ਇਸ ਤੋਂ ਅੱਗੇ ਆ ਜਾਂਦਾ ਭਾਗ ਸੱਸਾ। ਭਾਗ ਸੱਸੇ ਵਿੱਚ ਆਜੂ ਇੱਕ ਤੁਹਾਨੂੰ ਪੈਰਾ ਦਿੱਤਾ ਹੋਊਗਾ, ਪੈਰੇ ਵਿੱਚੋਂ ਸਰੋਤ ਅਧਿਕਾਰਤ ਪ੍ਰਸ਼ਨ, ਯਾਨੀ ਕਿ ਪੈਰੇ ਵਿੱਚੋਂ ਪ੍ਰਸ਼ਨ ਪੁੱਛੇ ਜਾਣਗੇ ਅਤੇ ਉੱਤਰ ਦੇਣੇ ਤੁਹਾਨੂੰ। ਠੀਕ ਹੈ। ਕੋਈ ਵੀ ਪੈਰਾ ਆ ਸਕਦਾ, ਇਸ ਕਰਕੇ ਇਹ ਵੀ ਆ ਸਕਦਾ। ਇਹਨਾਂ ਦੇ ਜਿਹੜੇ ਪ੍ਰਸ਼ਨ ਉੱਤਰ ਯਾਦ ਕਰ ਲੈਣਾ ਤੁਸੀਂ, ਇਹ ਵੀ ਬਹੁਤ ਇੰਪੋਰਟੈਂਟ ਪੈਰਾ। ਠੀਕ ਹੈ। ਇਸ ਤੋਂ ਅੱਗੇ ਆਪਣਾ ਆ ਜਾਂਦਾ ਭਾਗ ਹਾਹਾ। ਭਾਗ ਹਾਹੇ ਵਿੱਚ ਆਜੂ ਆਪਣਾ 3 ਨੰਬਰ ਦਾ ਜਿਹੜਾ ਨਕਸ਼ਾ ਤੁਹਾਡੇ ਲਵੇ ਆਊਗਾ। ਠੀਕ ਹੈ। ਭਾਰਤ ਦਾ ਨਕਸ਼ਾ ਆਊਗਾ, ਭਾਰਤ ਦਾ ਵੀ ਆ ਸਕਦਾ, ਪੰਜਾਬ ਦਾ ਵੀ ਆ ਸਕਦਾ, ਕੋਈ ਵੀ ਆ ਸਕਦਾ। ਉਸ ਵਿੱਚ ਤੁਹਾਨੂੰ ਇਹ ਸਥਾਨ ਭਰਨੇ ਹੋਣਗੇ, ਯਾਨੀ ਕਿ ਇਹ ਵੀ ਆ ਸਕਦੇ ਨੇ। ਕਣਕ ਉਤਪਾਦਨ ਦਾ ਕੋਈ ਇੱਕ ਖੇਤਰ, ਕੋਲਰ ਸੋਨਾ। ਠੀਕ ਹੈ। ਕਪਾਹ ਉਤਪਾਦਨ ਦਾ, ਵੱਧ ਜਨਸੰਖਿਆ ਦੀ ਘਣਤਾ ਵਾਲਾ ਰਾਜ ਕਿਹੜਾ ਹੈ। ਠੀਕ ਹੈ। ਉਹ ਤੁਹਾਨੂੰ ਭਰਨਾ ਇਸ ਤਰ੍ਹਾਂ, ਜਿਵੇਂ ਕਿ ਕੋਈ ਨਿਸ਼ਾਨੀ ਲੈ ਲਓ, ਜਿਵੇਂ ਕਣਕ ਕਿੱਥੇ ਹੁੰਦੀ ਹੈ ਆਪਣੀ। ਠੀਕ ਹੈ। ਪਹਿਲਾਂ ਕਣਕ ਦਾ ਜਿਵੇਂ ਕੋਈ ਪਲੱਸ ਦਾ ਨਿਸ਼ਾਨ ਲਾਤਾ, ਥੋੜ੍ਹਾ ਜਿਹਾ ਛੋਟਾ ਜਿਹਾ, ਜਿਵੇਂ ਪੰਜਾਬ ਹਰਿਆਣਾ ਇਸ ਵਿੱਚ ਕਣਕ ਹੁੰਦੀ ਹੈ। ਠੀਕ ਹੈ। ਪਲੱਸ ਦਾ ਨਿਸ਼ਾਨ ਲਾ ਕੇ ਉਰੇ ਫਿਰ ਲਿਖਤਾ ਪਲੱਸ ਦਾ, ਉਰੇ ਜਿਵੇਂ ਡੱਬਾ ਬਣਿਆ ਹੋਇਆ ਹੈ ਇੰਡੈਕਸ, ਇਸ ਤਰ੍ਹਾਂ ਬਣਾ ਕੇ ਉਹਦੇ ਵਿੱਚ ਲਿਖ ਦੇਣਾ ਪਲੱਸ, ਲਿਖ ਕੇ ਵੀ ਜਿਸ ਦੇ ਪਲੱਸ ਲਾਇਆ ਆਪਾਂ ਨੇ ਉੱਥੇ ਕਿਹੜਾ ਖੇਤਰ ਦਿਖਾਇਆ ਆਪਾਂ ਨੇ ਕਣਕ ਦਾ। ਠੀਕ ਹੈ। ਇਸ ਤਰ੍ਹਾਂ ਲਿਖਣੇ ਨੇ ਸਾਰੇ। ਅਤੇ ਪੰਜਾਬ ਵਿੱਚ ਵੀ ਇਸ ਤਰ੍ਹਾਂ ਲਿਖਣਾ ਵੀ ਜਿਹੜਾ ਲੜਾਈ ਪੁਰਾਣੇ ਸਮੇਂ ਪੰਜਾਬ ਦੇ ਨਕਸ਼ੇ ਵਿੱਚ ਕੋਈ 3 ਸਥਾਨ ਦਿਖਾਓ, ਮੁਕਤਸਰ ਦਿਖਾਉਣਾ, ਸਰਹੰਦ। ਠੀਕ ਹੈ। ਇਹ ਵੀ ਤੁਸੀਂ ਐਵੇਂ ਦਿਖਾ ਸਕਦੇ ਹੋ, ਜਿਵੇਂ ਆਹ ਗੋਲੇ ਲਾ ਰੱਖੇ ਨੇ, ਇਹ 'ਚ ਆਪਾਂ ਬਿੰਦੀ ਲਾ ਕੇ ਦਿਖਾ ਦੇਣਾ ਉੱਪਰ ਵੀ ਕਿਹੜਾ ਸਥਾਨ ਹੈ ਇਹ, ਸਰਹੰਦ। ਠੀਕ ਹੈ। ਇਸ ਤਰ੍ਹਾਂ। ਅਤੇ ਹਾਂਜੀ ਮਿੱਤਰੋ, ਜੇ ਤੁਸੀਂ ਆਪਣੇ ਚੈਨਲ 'ਤੇ ਨਵੇਂ ਆਏ ਹੋ, ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗੀ ਘੰਟੀ ਨੂੰ ਜ਼ਰੂਰ ਔਨ ਕਰ ਲਿਓ ਤਾਂ ਕਿ ਆਪਣੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਹਾਂਜੀ ਮਿੱਤਰੋ, ਜੇ ਤੁਹਾਨੂੰ ਆਪਣੇ ਟੈਲੀਗ੍ਰਾਮ 'ਤੇ ਜ਼ਰੂਰ ਜੁਆਇਨ ਕਰ ਲੈਣਾ ਜਾ ਕੇ, ਆਪਾਂ ਡਿਸਕ੍ਰਿਪਸ਼ਨ ਵਿੱਚ ਲਿੰਕ ਦੇ ਦਾਂਗੇ ਉੱਥੇ, ਯਾਨੀ ਕਿ ਆਪਣੇ ਚੈਨਲ ਦੀ ਅਪਡੇਟ ਉੱਥੇ ਸਭ ਤੋਂ ਪਹਿਲਾਂ ਆ ਜੂਗੀ। ਉੱਥੇ ਯਾਨੀ ਕਿ ਵੱਧ ਤੋਂ ਵੱਧ ਅਪਡੇਟਸ ਆਪਣੇ ਸਭ ਤੋਂ ਪਹਿਲਾਂ ਟੈਲੀਗ੍ਰਾਮ 'ਤੇ ਆਇਆ ਕਰਨਗੀਆਂ। ਇਸ ਕਰਕੇ ਟੈਲੀਗ੍ਰਾਮ 'ਤੇ ਆਪਾਂ ਨੂੰ ਜ਼ਰੂਰ ਜੁਆਇਨ ਕਰ ਲੈਣਾ। ਅਤੇ ਹਾਂਜੀ ਮਿੱਤਰੋ, ਜੇ ਤੁਹਾਨੂੰ ਹੋਰ ਇੰਪੋਰਟੈਂਟ ਕੁਐਸਚਨ ਵੀ ਆਪਾਂ ਜਲਦੀ ਲੈ ਕੇ ਆਵਾਂਗੇ ਇਸ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੀ ਘੰਟੀ ਨੂੰ ਔਨ ਕਰ ਦਿਓ। ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ। ਅਤੇ ਚਲੋ ਫਿਰ ਮਿਲਦੇ ਹਾਂ ਅਗਲੀ ਵੀਡੀਓ 'ਚ। ਉੱਥੇ ਅਗਲੇ ਸਾਰਿਆਂ ਨੂੰ ਧੰਨਵਾਦ।